ਕਰਮ ਦਾ ਫਲ। ਇੱਕ ਪਿੰਡ ਵਿੱਚ ਰਾਜਨ ਨਾਂ ਦਾ ਆਦਮੀ ਰਹਿੰਦਾ ਸੀ। ਉਹ ਹਮੇਸ਼ਾ ਹੋਰਾਂ ਨਾਲ ਈਰਖਾ ਕਰਦਾ ਤੇ ਆਪਣੇ ਦੁੱਖਾਂ ਲਈ ਕਿਸਮਤ ਨੂੰ ਦੋਸ਼ ਦਿੰਦਾ। ਜੇ ਕੋਈ ਬਿਮਾਰ ਹੋ ਜਾਂਦਾ ਤਾਂ ਕਹਿੰਦਾ, ਰੱਬ ਨੇ ਮੈਨੂੰ ਦੁੱਖ ਦਿੱਤਾ ਹੈ। ਜੇ ਖੇਤੀ ਵਿੱਚ ਨੁਕਸਾਨ ਹੋ ਜਾਂਦਾ ਤਾਂ ਕਹਿੰਦਾ, ਮੇਰੀ ਕਿਸਮਤ ਹੀ ਮਾੜੀ ਹੈ। ਪਿੰਡ ਦੇ ਇੱਕ ਬਜ਼ੁਰਗ ਸੰਤ ਨੇ ਇੱਕ ਦਿਨ ਰਾਜਨ ਨੂੰ ਕਿਹਾ, ਪੁੱਤਰ, ਸੁੱਖ ਦੁੱਖ ਬਾਹਰੋਂ ਨਹੀਂ ਆਉਂਦੇ। ਇਹ ਤਾਂ ਤੇਰੇ ਆਪਣੇ ਕਰਮਾਂ ਦੀ ਛਾਂ ਹੈ। ਤੂੰ ਜਿਹਾ ਬੋਵੇਂਗਾ, ਉਹ ਹੀ ਕਟੇਂਗਾ। ਰਾਜਨ ਨੂੰ ਇਹ ਗੱਲ ਸਮਝ ਨਾ ਆਈ। ਕੁਝ ਸਮੇਂ ਬਾਅਦ ਉਸਨੇ ਆਪਣੀ ਜ਼ਮੀਨ ਦੀ ਦੇਖਭਾਲ ਛੱਡ ਦਿੱਤੀ ਤੇ ਸਾਰਾ ਦਿਨ ਸ਼ਿਕਾਇਤਾਂ ਕਰਦਾ ਰਿਹਾ। ਖੇਤ ਬੰਜਰ ਹੋ ਗਏ, ਫਸਲ ਸੁੱਕ ਗਈ। ਪਿੰਡ ਵਾਲੇ ਮਿਹਨਤ ਨਾਲ ਸਮਰੱਥ ਹੋ ਗਏ ਤੇ ਰਾਜਨ ਫਿਰ ਦੁਖੀ ਰਿਹਾ। ਫਿਰ ਸੰਤ ਨੇ ਸਮਝਾਇਆ, ਵੇਖ, ਤੂੰ ਖੇਤ ਵਿੱਚ ਮਿਹਨਤ ਨਹੀਂ ਕੀਤੀ ਤਾਂ ਫਸਲ ਕਿੱਥੋਂ ਆਉਣੀ ਸੀ। ਆਪਣੇ ਦੁੱਖ ਦਾ ਕਾਰਨ ਤੂੰ ਆਪ ਬਣਿਆ। ਜੋ ਤੂੰ ਬੋਵੇਂਗਾ, ਉਹੀ ਪਾਵੇਂਗਾ। ਇਹ ਗੱਲ ਰਾਜਨ ਦੇ ਦਿਲ ਵਿੱਚ ਘੁਸ ਗਈ। ਉਸਨੇ ਸੋਚਿਆ ਕਿ ਹੁਣ ਕਿਸਮਤ ਨੂੰ ਦੋਸ਼ ਦੇਣ ਦੀ ਬਜਾਏ ਮਿਹਨਤ ਕਰਾਂਗਾ। ਉਹ ਖੇਤ ਵਿੱਚ ਦਿਨ ਰਾਤ ਜੁਟ ਗਿਆ। 1 ਸਾਲ ਬਾਅਦ ਉਸਦੀ ਫਸਲ ਹਰੀ ਭਰੀ ਲਹਿਰਾਉਣ ਲੱਗੀ। ਉਹ ਦਿਨ ਉਹ ਮੁਸਕਰਾਇਆ ਤੇ ਕਿਹਾ, ਸੁੱਖ ਦੁੱਖ ਕਿਸੇ ਹੋਰ ਦੇ ਦਿੱਤੇ ਨਹੀਂ, ਇਹ ਤਾਂ ਮੇਰੇ ਕਰਮਾਂ ਦਾ ਹੀ ਫਲ ਹੈ। ਦੁੱਖ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਉਸਦਾ ਹੱਲ ਸਾਡੇ ਆਪਣੇ ਕਰਮਾਂ ਵਿੱਚ ਲੁਕਿਆ ਹੁੰਦਾ ਹੈ। ਕਰਮ ਹੀ ਸਾਨੂੰ ਬੰਦੇ ਹਨ ਤੇ ਕਰਮ ਹੀ ਸਾਨੂੰ ਮੁਕਤ ਕਰਦੇ ਹਨ। ਪਿੰਡ ਵਿੱਚ ਰਾਜਨ ਦੀ ਹਾਲਤ ਹੋਰ ਵੀ ਮਾੜੀ ਹੋਣ ਲੱਗੀ। ਲੋਕ ਉਸ ਨਾਲ ਗੱਲ ਕਰਨਾ ਵੀ ਘੱਟ ਕਰਦੇ ਕਿਉਂਕਿ ਉਹ ਹਮੇਸ਼ਾ ਸ਼ਿਕਾਇਤਾਂ ਹੀ ਕਰਦਾ। ਕੋਈ ਉਸ ਨੂੰ ਸਲਾਹ ਦਿੰਦਾ ਤਾਂ ਕਹਿੰਦਾ, ਮੇਰੀ ਕਿਸਮਤ ਹੀ ਮਾੜੀ ਹੈ, ਮੈਂ ਕੀ ਕਰਾਂ। ਇੱਕ ਦਿਨ ਪਿੰਡ ਵਿੱਚ ਵੱਡਾ ਅਕਾਲ ਪੈ ਗਿਆ। ਜਿਨ੍ਹਾਂ ਕਿਸਾਨਾਂ ਨੇ ਮਿਹਨਤ ਕੀਤੀ ਸੀ, ਉਹਨਾਂ ਨੇ ਆਪਣੀਆਂ ਕੋਠੀਆਂ ਵਿੱਚ ਅਨਾਜ ਸੰਭਾਲਿਆ ਹੋਇਆ ਸੀ। ਉਹਨਾਂ ਨੇ ਆਪ ਵੀ ਖਾਧਾ ਤੇ ਹੋਰ ਗਰੀਬਾਂ ਨੂੰ ਵੀ ਵੰਡਿਆ। ਪਰ ਰਾਜਨ ਕੋਲ ਕੁਝ ਵੀ ਨਹੀਂ ਸੀ। ਉਹ ਭੁੱਖਾ ਬੈਠਾ ਰਿਹਾ। ਇਹ ਦੇਖ ਕੇ ਸੰਤ ਨੇ ਉਸ ਨੂੰ ਦੁਬਾਰਾ ਆਖਿਆ, ਰਾਜਨ, ਰੱਬ ਕਿਸੇ ਦਾ ਬੁਰਾ ਨਹੀਂ ਕਰਦਾ। ਰੱਬ ਨੇ ਤਾਂ ਤੇਰੇ ਹੱਥਾਂ ਨੂੰ ਤਾਕਤ ਦਿੱਤੀ, ਪੈਰਾਂ ਨੂੰ ਰਾਹ ਦਿੱਤਾ, ਤੇਰੇ ਕੋਲ ਖੇਤ ਸੀ। ਪਰ ਤੂੰ ਉਹਨਾਂ ਦਾ ਸਹੀ ਉਪਯੋਗ ਨਾ ਕੀਤਾ। ਹੁਣ ਜੋ ਤੈਨੂੰ ਭੁੱਖ ਮਿਲ ਰਹੀ ਹੈ, ਇਹ ਕਿਸਮਤ ਨਹੀਂ, ਇਹ ਤੇਰੇ ਆਪਣੇ ਕਰਮਾਂ ਦਾ ਨਤੀਜਾ ਹੈ। ਰਾਜਨ ਦੇ ਅੰਦਰੋਂ ਅੰਸੂ ਵਹਿਣ ਲੱਗੇ। ਉਸਨੇ ਸੋਚਿਆ ਕਿ ਉਹ ਆਪਣੀ ਜ਼ਿੰਦਗੀ ਬਦਲ ਦੇਵੇਗਾ। ਉਸਨੇ ਪਿੰਡ ਦੇ ਹੋਰ ਕਿਸਾਨਾਂ ਨਾਲ ਜੁੜ ਕੇ ਮਿਹਨਤ ਕਰਨੀ ਸ਼ੁਰੂ ਕੀਤੀ। ਧੀਰੇ ਧੀਰੇ ਉਹ ਆਪਣਾ ਖੇਤ ਸਵਾਰਦਾ ਗਿਆ, ਮਿੱਟੀ ਨੂੰ ਪਾਣੀ ਦੇਣ ਲੱਗਾ, ਬੀਜ ਪਾਉਣ ਲੱਗਾ। ਸਾਲ ਬੀਤ ਗਏ। ਰਾਜਨ ਹੁਣ ਉਹੀ ਇਨਸਾਨ ਨਾ ਰਿਹਾ। ਉਹ ਲੋਕਾਂ ਦੀ ਮਦਦ ਕਰਦਾ, ਆਪਣੇ ਦੁੱਖ ਦੀ ਗੱਲ ਨਾ ਕਰਦਾ, ਸਗੋਂ ਹੋਰਾਂ ਨੂੰ ਸਿਖਾਉਂਦਾ ਕਿ ਭਰਾ, ਕਿਸਮਤ ਨੂੰ ਕੋਸਣ ਨਾਲ ਕੁਝ ਨਹੀਂ ਬਣਦਾ। ਜਿਹੜਾ ਅਸੀਂ ਬੋਵਾਂਗੇ, ਉਹੀ ਕਟਾਂਗੇ। ਜੇ ਚੰਗਾ ਬੋਵਾਂਗੇ ਤਾਂ ਚੰਗਾ ਫਲ ਮਿਲੇਗਾ, ਜੇ ਮਾੜਾ ਬੋਵਾਂਗੇ ਤਾਂ ਦੁੱਖ ਹੀ ਦੁੱਖ। ਸੁੱਖ ਦੁੱਖ ਦਾ ਹੱਕਦਾਰ ਆਪ ਹੀ ਬੰਦਾ ਹੁੰਦਾ ਹੈ। ਹੁਣ ਪਿੰਡ ਦੇ ਲੋਕ ਰਾਜਨ ਨੂੰ ਕਰਮਾਂ ਵਾਲਾ ਰਾਜਨ ਕਹਿਣ ਲੱਗ ਪਏ। ਉਹ ਲੋਕਾਂ ਦੇ ਲਈ ਮਿਸਾਲ ਬਣ ਗਿਆ। ਰੱਬ ਸਾਨੂੰ ਹੱਥ, ਪੈਰ ਤੇ ਅਕਲ ਦਿੰਦਾ ਹੈ, ਪਰ ਉਹ ਕੰਮ ਕਰਨਾ ਸਾਡੀ ਜ਼ਿੰਮੇਵਾਰੀ ਹੈ। ਜੋ ਅਸੀਂ ਕਰਾਂਗੇ, ਉਹੀ ਸਾਨੂੰ ਵਾਪਸ ਮਿਲੇਗਾ। ਕਰਮ ਹੀ ਮਨੁੱਖ ਦੀ ਕਿਸਮਤ ਲਿਖਦੇ ਹਨ। ਰਾਜਨ ਦੀ ਨਵੀਂ ਜ਼ਿੰਦਗੀ ਸ਼ੁਰੂ ਹੋ ਗਈ ਸੀ। ਹੁਣ ਉਹ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਖੇਤਾਂ ਵਿੱਚ ਉਤਰ ਜਾਂਦਾ। ਪਸੀਨੇ ਦੀ ਬੂੰਦ ਉਸਦੇ ਮੱਥੇ ਤੋਂ ਟਪਕਦੀ ਤੇ ਉਸਦੀ ਰੂਹ ਨੂੰ ਤਸੱਲੀ ਦਿੰਦੀ। ਉਹ ਸਮਝ ਗਿਆ ਸੀ ਕਿ ਇਹੀ ਬੂੰਦਾਂ ਮੇਰੀ ਕਿਸਮਤ ਨੂੰ ਲਿਖ ਰਹੀਆਂ ਹਨ। ਪਿੰਡ ਦੇ ਲੋਕ ਉਸਦੀ ਮਿਹਨਤ ਵੇਖ ਕੇ ਹੈਰਾਨ ਰਹਿੰਦੇ। ਜੋ ਰਾਜਨ ਕਦੇ ਕਿਸਮਤ ਨੂੰ ਦੋਸ਼ ਦਿੰਦਾ ਸੀ, ਹੁਣ ਉਹ ਹਰ ਗੱਲ ਵਿੱਚ ਕਰਮ ਦੀ ਤਾਕਤ ਵੇਖਦਾ। ਜਦੋਂ ਕੋਈ ਕਿਸਾਨ ਆਖਦਾ, ਰਾਜਨ, ਮੀਂਹ ਨਾ ਪਿਆ ਤਾਂ ਕੀ ਹੋਵੇਗਾ, ਤਾਂ ਰਾਜਨ ਹੱਸ ਕੇ ਜਵਾਬ ਦਿੰਦਾ, ਮੀਂਹ ਰੱਬ ਦੇ ਹੱਥ ਹੈ, ਪਰ ਮਿਹਨਤ ਮੇਰੇ ਹੱਥ ਹੈ। ਜਿਹੜਾ ਮੈਂ ਕਰਾਂਗਾ, ਉਹੀ ਮੇਰੇ ਸੁੱਖ ਦੁੱਖ ਦਾ ਕਾਰਨ ਬਣੇਗਾ। ਧੀਰੇ ਧੀਰੇ ਉਸਦੀ ਫਸਲ ਇੰਨੀ ਸੋਹਣੀ ਹੋਈ ਕਿ ਪਿੰਡ ਦੇ ਲੋਕ ਉਸ ਤੋਂ ਪ੍ਰੇਰਨਾ ਲੈਣ ਲੱਗੇ। ਰਾਜਨ ਨੇ ਆਪਣੇ ਗੋਦਾਮ ਭਰ ਲਏ, ਪਰ ਉਸਨੇ ਅਨਾਜ ਸਿਰਫ ਆਪਣੇ ਲਈ ਨਹੀਂ ਰੱਖਿਆ, ਉਹ ਗਰੀਬਾਂ, ਬੇਵਿਆਂ ਤੇ ਬਜ਼ੁਰਗਾਂ ਨੂੰ ਵੰਡਦਾ। ਇੱਕ ਦਿਨ ਸੰਤ ਨੇ ਉਸ ਨੂੰ ਮਿਲ ਕੇ ਕਿਹਾ, ਰਾਜਨ, ਹੁਣ ਤੂੰ ਸੱਚਾ ਮਨੁੱਖ ਬਣ ਗਿਆ ਹੈ। ਕਰਮ ਸਿਰਫ ਆਪਣੇ ਸੁੱਖ ਲਈ ਨਹੀਂ, ਹੋਰਾਂ ਦੀ ਭਲਾਈ ਲਈ ਵੀ ਕਰਨੇ ਚਾਹੀਦੇ ਹਨ। ਇਹੀ ਸਭ ਤੋਂ ਵੱਡਾ ਧਰਮ ਹੈ। ਰਾਜਨ ਦੇ ਅੱਖਾਂ ਵਿੱਚੋਂ ਅੰਸੂ ਆ ਗਏ। ਉਹ ਕਹਿੰਦਾ, ਬਾਬਾ ਜੀ, ਮੈਨੂੰ ਹੁਣ ਸਮਝ ਆ ਗਿਆ ਹੈ। ਪਹਿਲਾਂ ਮੈਂ ਸੋਚਦਾ ਸੀ ਕਿ ਮੇਰਾ ਦੁੱਖ ਰੱਬ ਨੇ ਦਿੱਤਾ ਹੈ, ਪਰ ਅਸਲ ਵਿੱਚ ਮੇਰੇ ਕਰਮਾਂ ਨੇ ਹੀ ਮੈਨੂੰ ਦੁਖੀ ਕੀਤਾ ਸੀ। ਹੁਣ ਮੈਂ ਜਾਣ ਲਿਆ ਹੈ ਕਿ ਸੁੱਖ ਦੁੱਖ ਰੱਬ ਨਹੀਂ ਦਿੰਦਾ, ਮਨੁੱਖ ਆਪਣੇ ਕਰਮਾਂ ਨਾਲ ਆਪ ਬਣਾਉਂਦਾ ਹੈ। ਕਰਮ ਹੀ ਮਨੁੱਖ ਦੀ ਅਸਲ ਕਿਸਮਤ ਹਨ। ਮਿਹਨਤ ਨਾਲ ਦੁੱਖ ਵੀ ਸੁੱਖ ਵਿੱਚ ਬਦਲ ਜਾਂਦੇ ਹਨ।
ਜਿਹੜਾ ਬੰਦਾ ਆਪਣੇ ਕਰਮਾਂ ਨਾਲ ਹੋਰਾਂ ਨੂੰ ਸੁੱਖ ਦਿੰਦਾ ਹੈ, ਉਸ ਦੀ ਜ਼ਿੰਦਗੀ ਆਪ ਹੀ ਰੌਸ਼ਨ ਹੋ ਜਾਂਦੀ ਹੈ। ਇਸ ਤਰ੍ਹਾਂ ਰਾਜਨ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਆਪਣੇ ਦੁੱਖ ਦਾ ਹੱਲ ਵੀ ਆਪਣੇ ਹੱਥਾਂ ਵਿੱਚ ਹੈ। ਕਰਮ ਹੀ ਬੰਦੇ ਦਾ ਸਭ ਤੋਂ ਵੱਡਾ ਸਾਥੀ ਹੈ। ਰਾਜਨ ਹੁਣ ਪਿੰਡ ਦਾ ਇੱਜ਼ਤਦਾਰ ਇਨਸਾਨ ਬਣ ਗਿਆ ਸੀ। ਜਿਹੜੇ ਲੋਕ ਪਹਿਲਾਂ ਉਸ ਨੂੰ ਹੰਸੀ ਮਜ਼ਾਕ ਵਿੱਚ ਨਸੀਬਾਂ ਵਾਲਾ ਕਹਿੰਦੇ ਸਨ, ਹੁਣ ਉਸ ਨੂੰ ਕਰਮਾਂ ਵਾਲਾ ਰਾਜਨ ਕਹਿੰਦੇ। ਪਰ ਇੱਕ ਦਿਨ ਪਿੰਡ ਵਿੱਚ ਬਹੁਤ ਵੱਡੀ ਆਫਤ ਆਈ। ਨਦੀ ਵਿੱਚ ਬਾੜ ਆ ਗਈ। ਕਈ ਘਰ ਢਹਿ ਗਏ, ਖੇਤ ਡੁੱਬ ਗਏ। ਲੋਕ ਰੋਣ ਲੱਗ ਪਏ। ਉਸ ਵੇਲੇ ਰਾਜਨ ਨੇ ਆਪਣੇ ਗੋਦਾਮ ਦੇ ਦਰਵਾਜ਼ੇ ਖੋਲ੍ਹ ਦਿੱਤੇ। ਜੋ ਅਨਾਜ ਉਸਨੇ ਮਿਹਨਤ ਨਾਲ ਕਮਾਇਆ ਸੀ, ਉਹ ਪਿੰਡ ਵਾਸੀਆਂ ਵਿੱਚ ਵੰਡ ਦਿੱਤਾ। ਗਰੀਬਾਂ ਨੂੰ ਛੱਤ ਦਿੱਤੀ, ਬੱਚਿਆਂ ਨੂੰ ਖਾਣਾ ਦਿੱਤਾ। ਲੋਕ ਹੈਰਾਨ ਸਨ। ਰਾਜਨ, ਤੂੰ ਆਪਣਾ ਸਭ ਕੁਝ ਕਿਉਂ ਵੰਡ ਰਿਹਾ ਹੈ? ਕੀ ਤੈਨੂੰ ਡਰ ਨਹੀਂ ਕਿ ਤੇਰੇ ਕੋਲ ਕੁਝ ਨਹੀਂ ਬਚੇਗਾ? ਰਾਜਨ ਮੁਸਕਰਾ ਕੇ ਕਹਿੰਦਾ, ਜਿਹੜਾ ਮੈਂ ਹੋਰਾਂ ਨੂੰ ਦਿੰਦਾ ਹਾਂ, ਉਹ ਕਦੇ ਖਤਮ ਨਹੀਂ ਹੁੰਦਾ। ਇਹੀ ਮੇਰੇ ਸੱਚੇ ਕਰਮ ਹਨ। ਜੇ ਮੈਂ ਸਿਰਫ ਆਪਣੇ ਲਈ ਰੱਖ ਲਵਾਂ, ਤਾਂ ਇਹ ਖਤਮ ਹੋ ਜਾਵੇਗਾ। ਪਰ ਜਦੋਂ ਇਹ ਹੋਰਾਂ ਦੀ ਭਲਾਈ ਲਈ ਵਰਤਾਂਗਾ, ਤਾਂ ਇਹੀ ਮੇਰੇ ਲਈ ਅਸੀਸਾਂ ਬਣ ਕੇ ਵਾਪਸ ਆਵੇਗਾ। ਇਹ ਗੱਲ ਸੁਣ ਕੇ ਪਿੰਡ ਦੇ ਬੱਚੇ, ਜਵਾਨ, ਬਜ਼ੁਰਗ ਸਭ ਰਾਜਨ ਦੇ ਸਾਥੀ ਬਣ ਗਏ। ਉਹਨਾਂ ਨੇ ਸੋਚਿਆ ਕਿ ਪਿੰਡ ਦਾ ਹਰ ਬੰਦਾ ਹੁਣ ਸਿਰਫ ਆਪਣੀ ਕਿਸਮਤ ਨੂੰ ਨਹੀਂ, ਸਗੋਂ ਆਪਣੇ ਕਰਮਾਂ ਨੂੰ ਬਦਲੇਗਾ। ਸਾਲਾਂ ਬਾਅਦ ਉਹ ਪਿੰਡ ਸਾਰੇ ਇਲਾਕੇ ਲਈ ਮਿਸਾਲ ਬਣ ਗਿਆ। ਉੱਥੇ ਕੋਈ ਭੁੱਖਾ ਨਹੀਂ ਸੌਂਦਾ ਸੀ, ਕੋਈ ਬੇਘਰ ਨਹੀਂ ਰਹਿੰਦਾ ਸੀ। ਲੋਕ ਕਹਿੰਦੇ, ਇਹ ਸਭ ਉਸ ਇੱਕ ਬੰਦੇ ਕਰਕੇ ਹੈ ਜਿਸਨੇ ਸਮਝ ਲਿਆ ਕਿ ਦੁੱਖ ਦਾ ਹੱਲ ਆਪਣੇ ਕਰਮਾਂ ਵਿੱਚ ਹੀ ਹੈ। ਅਖੀਰੀ ਸਿੱਖਿਆ, ਜਦੋਂ ਬੰਦਾ ਆਪਣੇ ਕਰਮਾਂ ਨਾਲ ਸਿਰਫ ਆਪਣੇ ਲਈ ਨਹੀਂ, ਹੋਰਾਂ ਲਈ ਵੀ ਜਿਉਂਦਾ ਹੈ, ਉਹੀ ਅਸਲ ਮਨੁੱਖਤਾ ਹੈ। ਕਰਮ ਸਿਰਫ ਕਿਸਮਤ ਨਹੀਂ ਬਦਲਦੇ, ਪੂਰੇ ਸਮਾਜ ਦੀ ਰੂਹ ਬਦਲ ਸਕਦੇ ਹਨ। ਸੁੱਖ ਦੁੱਖ ਕਦੇ ਵੀ ਸਦਾ ਲਈ ਨਹੀਂ ਹੁੰਦੇ, ਪਰ ਚੰਗੇ ਕਰਮਾਂ ਦਾ ਅਸਰ ਹਮੇਸ਼ਾ ਲਈ ਰਹਿੰਦਾ ਹੈ। ਰਾਜਨ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਆਪਣੇ ਦੁੱਖ ਦਾ ਇਲਾਜ ਵੀ ਆਪਣੇ ਕਰਮਾਂ ਵਿੱਚ ਹੈ, ਤੇ ਹੋਰਾਂ ਦੇ ਦੁੱਖ ਦੂਰ ਕਰਨ ਦੀ ਤਾਕਤ ਵੀ ਆਪਣੇ ਕਰਮਾਂ ਵਿੱਚ ਹੈ। ਰਾਜਨ ਦੀ ਵਿਰਾਸਤ। ਰਾਜਨ ਦੇ ਚੰਗੇ ਕਰਮਾਂ ਦੀ ਖਬਰ ਨੇੜਲੇ ਪਿੰਡਾਂ ਤੱਕ ਪਹੁੰਚ ਗਈ। ਜਿੱਥੇ ਵੀ ਕੋਈ ਗਰੀਬ ਜਾਂ ਮੁਸੀਬਤ ਵਿੱਚ ਫਸਿਆ ਹੋਇਆ ਇਨਸਾਨ ਹੁੰਦਾ, ਉਹ ਰਾਜਨ ਕੋਲ ਸਲਾਹ ਲਈ ਆਉਂਦਾ। ਇੱਕ ਦਿਨ ਨੇੜਲੇ ਪਿੰਡ ਦਾ ਇੱਕ ਨੌਜਵਾਨ ਰਾਜਨ ਕੋਲ ਆਇਆ ਤੇ ਕਹਿੰਦਾ, ਚਾਚਾ ਜੀ, ਮੈਂ ਸਾਰੀ ਉਮਰ ਕਿਸਮਤ ਨੂੰ ਕੋਸਦਾ ਰਿਹਾ। ਮੇਰਾ ਵੀ ਖੇਤ ਬੰਜਰ ਪਿਆ ਹੈ। ਮੈਨੂੰ ਦੱਸੋ, ਮੈਂ ਕੀ ਕਰਾਂ? ਰਾਜਨ ਨੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ, ਪੁੱਤਰਾ, ਕਿਸਮਤ ਬਦਲਣ ਦੀ ਉਡੀਕ ਨਾ ਕਰ। ਆਪਣਾ ਕਰਮ ਬਦਲ। ਜੇ ਤੂੰ ਅੱਜ ਤੋਂ ਮਿਹਨਤ ਕਰੇਂਗਾ, ਤਾਂ ਕੱਲ ਕਿਸਮਤ ਆਪ ਹੀ ਤੇਰੇ ਦਰ ਤੇ ਆ ਕੇ ਖੜੀ ਹੋਵੇਗੀ। ਉਹ ਨੌਜਵਾਨ ਉਸ ਦੇ ਸ਼ਬਦਾਂ ਨਾਲ ਪ੍ਰੇਰਿਤ ਹੋ ਗਿਆ। ਉਸਨੇ ਵੀ ਖੇਤ ਵਿੱਚ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਕੁਝ ਸਾਲਾਂ ਵਿੱਚ ਉਹ ਵੀ ਸਫਲ ਕਿਸਾਨ ਬਣ ਗਿਆ। ਧੀਰੇ ਧੀਰੇ ਰਾਜਨ ਦੀ ਇਹ ਸੋਚ ਇੱਕ ਚਲਣ ਬਣ ਗਈ। ਲੋਕ ਆਪਣੇ ਬੱਚਿਆਂ ਨੂੰ ਸਿਖਾਉਣ ਲੱਗੇ, ਕਿਸਮਤ ਨੂੰ ਦੋਸ਼ ਨਾ ਦੇਣਾ, ਕਰਮ ਨੂੰ ਪੱਕਾ ਰੱਖਣਾ। ਰਾਜਨ ਦੀ ਬੁਢਾਪੇ ਦੀ ਕਹਾਣੀ। ਸਾਲ ਬੀਤਦੇ ਗਏ। ਰਾਜਨ ਬਜ਼ੁਰਗ ਹੋ ਗਿਆ। ਉਸਦੇ ਵਾਲ ਚਿੱਟੇ ਹੋ ਗਏ, ਪਰ ਅੱਖਾਂ ਵਿੱਚ ਚਮਕ ਹਮੇਸ਼ਾ ਵਾਂਗ ਸੀ। ਇੱਕ ਦਿਨ ਉਸ ਨੂੰ ਪੁੱਛਿਆ ਗਿਆ, ਰਾਜਨ ਭਰਾ, ਹੁਣ ਜਦੋਂ ਜ਼ਿੰਦਗੀ ਦਾ ਅੰਤ ਨੇੜੇ ਹੈ, ਤੂੰ ਕੀ ਸਿੱਖਿਆ ਦੇਣਾ ਚਾਹੁੰਦਾ ਹੈ? ਰਾਜਨ ਹੌਲੇ-ਹੌਲੇ ਮੁਸਕਰਾ ਕੇ ਕਹਿੰਦਾ, ਮੈਨੂੰ ਹੁਣ ਪੂਰਾ ਯਕੀਨ ਹੈ ਕਿ ਦੁੱਖ ਕੋਈ ਸਜ਼ਾ ਨਹੀਂ, ਇਹ ਸਾਡੇ ਅੱਖਾਂ ਖੋਲਣ ਲਈ ਹੁੰਦਾ ਹੈ। ਸੁੱਖ ਕੋਈ ਤੋਹਫਾ ਨਹੀਂ, ਇਹ ਸਾਡੇ ਚੰਗੇ ਕਰਮਾਂ ਦੀ ਖੁਸ਼ਬੂ ਹੁੰਦਾ ਹੈ। ਤੇ ਜੇ ਬੰਦਾ ਹੋਰਾਂ ਦੇ ਦੁੱਖ ਦੂਰ ਕਰੇ, ਤਾਂ ਉਹੀ ਸਭ ਤੋਂ ਵੱਡਾ ਸੁੱਖ ਹੈ। ਇਹ ਗੱਲ ਸੁਣ ਕੇ ਪਿੰਡ ਦੇ ਬੱਚੇ ਤੇ ਨੌਜਵਾਨ ਅੱਖਾਂ ਵਿੱਚ ਅੰਸੂ ਭਰ ਲੈਂਦੇ, ਕਿਉਂਕਿ ਰਾਜਨ ਸਿਰਫ ਕਿਸਾਨ ਨਹੀਂ ਸੀ, ਉਹਨਾਂ ਲਈ ਗੁਰੂ ਬਣ ਗਿਆ ਸੀ। ਅਖੀਰੀ ਵਿਰਾਸਤ। ਰਾਜਨ ਦੇ ਗੁਜ਼ਰਨ ਤੋਂ ਬਾਅਦ ਵੀ ਉਸਦੀ ਯਾਦ ਜਿੰਦਾ ਰਹੀ। ਪਿੰਡ ਦੇ ਲੋਕਾਂ ਨੇ ਉਸਦੇ ਖੇਤ ਦੇ ਵਿਚਕਾਰ ਇੱਕ ਛੋਟਾ ਥਾਂ ਬਣਾਇਆ ਜਿੱਥੇ ਲਿਖਿਆ ਸੀ, ਕਿਸਮਤ ਨਹੀਂ, ਕਰਮ ਹੀ ਮਨੁੱਖ ਦਾ ਸੱਚਾ ਸਾਥੀ ਹੈ। ਅੱਜ ਵੀ ਉਸ ਪਿੰਡ ਦੇ ਬੱਚੇ ਜਦੋਂ ਖੇਤਾਂ ਵਿੱਚ ਖੇਡਦੇ ਹਨ, ਤਾਂ ਵੱਡੇ ਉਹਨਾਂ ਨੂੰ ਰਾਜਨ ਦੀ ਕਹਾਣੀ ਸੁਣਾਉਂਦੇ ਹਨ। ਸਿੱਖਿਆ ਸਦਾ ਲਈ। ਕਰਮ ਮਨੁੱਖ ਨੂੰ ਡੁਬੋ ਵੀ ਸਕਦੇ ਹਨ ਤੇ ਚੜਾ ਵੀ ਸਕਦੇ ਹਨ। ਦੁੱਖ ਕਰਮਾਂ ਨਾਲ ਆਉਂਦੇ ਹਨ, ਪਰ ਉਹੀ ਕਰਮ ਉਹਨਾਂ ਨੂੰ ਮਿਟਾ ਵੀ ਸਕਦੇ ਹਨ। ਜਿਹੜਾ ਮਨੁੱਖ ਆਪਣੇ ਨਾਲ-ਨਾਲ ਹੋਰਾਂ ਲਈ ਵੀ ਜਿਉਂਦਾ ਹੈ, ਉਸ ਦਾ ਨਾਮ ਮਰ ਕੇ ਵੀ ਜਿਉਂਦਾ ਰਹਿੰਦਾ ਹੈ। ਕਰਮ ਦਾ ਫਲ ਕਵਿਤਾ ਰੂਪ ਵਿੱਚ। ਰਾਜਨ ਬੋਲੇ ਪਿੰਡ ਵਾਸੀ, ਕਿਸਮਤ ਹੈ ਨਹੀਂ ਸੁੱਖ ਦੁੱਖ ਦੀ ਦਾਸੀ। ਜਿਹੜਾ ਬੀਜ ਤੂੰ ਧਰਤੀ ਪਾਵੇਂ, ਉਹੀ ਫਲ ਤੂੰ ਹੱਥੀਂ ਪਾਵੇਂ। ਦੁੱਖ ਜੇ ਆਇਆ, ਨਾ ਰੱਬ ਨੂੰ ਕੋਸ, ਆਪਣੇ ਕਰਮਾਂ ਨਾਲ ਕਰ ਹੌਸ। ਮਿਹਨਤ ਦੀ ਮਿੱਟੀ ਸੋਨਾ ਬਣਦੀ, ਆਲਸ ਨਾਲ ਖੇਤੀ ਸੁੱਕੀ ਲੱਗਦੀ। ਜਿਸਨੇ ਹੋਰਾਂ ਨਾਲ ਸੁੱਖ ਵੰਡਾਇਆ, ਉਸਨੇ ਅਸਲੀ ਸੁੱਖ ਪਾਇਆ। ਰਾਜਨ ਦੀ ਸਿੱਖਿਆ ਦੋਹਿਆਂ ਵਿੱਚ।
ਕਰਮਾਂ ਨਾਲ ਹੀ ਬਣਦਾ ਮਨੁੱਖ ਦਾ ਹਰ ਰਾਹ। ਜੋ ਬੀਜਾਂਗਾ ਅੱਜ ਮੈਂ, ਉਹੀ ਮਿਲੇਗਾ ਕੱਲ ਸਾ। ਕਿਸਮਤ ਨੂੰ ਨਾ ਕੋਸ ਬੰਦੇ, ਕਰਮਾਂ ਨਾਲ ਹੀ ਜੀ। ਪਸੀਨੇ ਨਾਲ ਖੁੱਲਦੀ ਹਰੇਕ ਖੁਸ਼ਹਾਲੀ ਦੀ ਚੀ। ਜਿਹੜਾ ਹੋਰਾਂ ਨੂੰ ਸੁੱਖ ਦੇਵੇ, ਉਹੀ ਧਨ ਮਨੁੱਖ। ਮਰ ਕੇ ਵੀ ਨਾਮ ਰਹਿੰਦਾ, ਕਰਮਾਂ ਨਾਲ ਹੀ ਸੁੱਖ। ਅੰਤਿਮ ਵਿਰਾਸਤ। ਰਾਜਨ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ, ਕਿਸਮਤ ਸਾਡੇ ਕਰਮਾਂ ਦੀ ਪਰਛਾਣੀ ਹੈ। ਮਿਹਨਤ ਰਾਹੀਂ ਬੰਜਰ ਧਰਤੀ ਵੀ ਹਰੀ ਭਰੀ ਬਣ ਸਕਦੀ ਹੈ। ਜੋ ਹੋਰਾਂ ਦੇ ਦੁੱਖ ਦੂਰ ਕਰਦਾ ਹੈ, ਉਹੀ ਅਸਲ ਵਿੱਚ ਧਨ ਹੈ। ਮੁਕੱਦਰ ਨਹੀਂ, ਕਰਮ ਹੀ ਰੱਬ ਹਨ। ਜੋ ਆਪਣਾ ਕਰਮ ਬਦਲ ਲੈਂਦਾ ਹੈ, ਉਹ ਆਪਣੀ ਦੁਨੀਆ ਬਦਲ ਲੈਂਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੁਣਨ ਲਈ।